ਤਕਨੀਕੀ ਬਾਦਸ਼ਾਹ ਪੋਡਕਾਸਟ ਦੇ ਵਿੱਚ ਇੱਕ ਵਾਰੀ ਫਿਰ ਅਸੀਂ ਤੁਹਾਡਾ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਜਿੱਦਾਂ ਮੈਂ ਪਿਛਲੀ ਵਾਰੀ ਵੀ ਅਨਾਉਂਸ ਕੀਤਾ ਸੀ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਇਸ ਪੋਡਕਾਸਟ ਦੇ ਵਿੱਚ ਮਹੀਨੇ ਦੇ ਵਿੱਚ ਇੱਕ ਵਾਰ ਦਰਸ਼ਨ ਮਹਾਰਾਜਾ ਜਿਹੜੇ ਕਿ ਬਹੁਤ ਹੀ ਵਧੀਆ ਰਿਪੋਰਟਰ ਨੇ, ਵਲੌਗਰ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤਤਪਰ ਰਹਿੰਦੇ ਨੇ ਔਰ ਬੜੇ ਮੰਨੇ-ਪ੍ਰਮੰਨੇ ਇੱਕ ਇਨਸਾਨ ਨੇ ਸਾਡੀ ਕਮਿਊਨਿਟੀ ਦੇ ਵਿੱਚ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ ਔਰ ਅਸੀਂ ਕਰਦੇ ਵੀ ਰਹਿੰਦੇ ਹਾਂ ਔਰ ਜਦੋਂ ਵੀ ਸਾਡੇ ਨਾਲ ਇਹ ਗੱਲਬਾਤ ਕਰਦੇ ਨੇ, ਤਾਂ ਤੁਹਾਡੇ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ। ਇੱਕ ਵਾਰੀ ਫਿਰ ਦਰਸ਼ਨ ਜੀ ਸਾਡੇ ਨਾਲ ਮੌਜੂਦ ਨੇ। ਦਰਸ਼ਨ ਜੀ, ਤੁਹਾਡਾ ਨਿੱਘਾ ਤੇ ਹਾਰਦਿਕ ਸਵਾਗਤ ਸਰ। ਥੈਂਕ ਯੂ ਹੋਤਾ ਜੀ। ਐਜ਼ ਆਲਵੇਜ਼ ਜਿੱਦਾਂ ਮੈਂ ਦੱਸਦਾ ਹੁੰਦਾ ਔਰ ਮੇਰਾ ਦੱਸਣ ਦਾ ਮਤਲਬ ਫਰਜ਼ ਵੀ ਬਣਦਾ ਕਿ ਦਰਸ਼ਨ ਜੀ ਹੁਣੀ ਬਹੁਤ ਵੱਖ-ਵੱਖ ਕੰਟਰੀਜ਼ ਵਿੱਚ ਰਹਿ ਚੁੱਕੇ ਨੇ। ਇਹ ਪੰਜਾਬੀ ਲੈਂਗੁਏਜ ਨੂੰ, ਪੰਜਾਬੀ ਬੋਲੀ ਨੂੰ ਬਹੁਤ ਵਧੀਆ ਸਮਝਦੇ ਨੇ, ਲੇਕਿਨ ਇਹਨੂੰ ਥੋੜ੍ਹੀ ਜਿਹੀ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ। ਲੇਕਿਨ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਹਿੰਦੀ 'ਚ ਗੱਲਬਾਤ ਕਰ ਸਕਦੇ ਨੇ ਜਾਂ ਇਹ ਇੰਗਲਿਸ਼ ਦੇ ਵਿੱਚ ਵੀ ਗੱਲਬਾਤ ਕਰ ਸਕਦੇ ਨੇ। ਦਰਸ਼ਨ ਜੀ, ਤੁਸੀਂ ਆਪਣੇ ਜਿਹੜਾ ਟਵਿੱਟਰ ਮਾਫ਼ ਕਰਨਾ ਜੀ, ਟਵਿੱਟਰ ਹੁੰਦਾ ਸੀ ਜਿਹੜਾ ਐਕਸ ਅਕਾਊਂਟ ਆ, ਉਹਦੇ ਉੱਪਰ ਵੀ ਤੁਸੀਂ ਕਾਫ਼ੀ ਤਤਪਰ ਰਹਿੰਦੇ ਹੋ ਔਰ ਕਾਫ਼ੀ ਲੋਕ ਤੁਹਾਨੂੰ ਉਹਦੇ ਵਿੱਚ ਵੀ ਸਵਾਲ ਜਵਾਬ ਕਰਦੇ ਰਹਿੰਦੇ ਨੇ ਔਰ ਉਹਦੇ ਵਿੱਚੋਂ ਵੀ ਅੱਜ ਕੁਝ ਮੈਂ ਸਕਰੀਨਸ਼ਾਟ ਵੀ ਤੁਹਾਡੇ ਅਕਾਊਂਟ ਦੀਆਂ ਸਾਂਝੀਆਂ ਕਰੂੰਗਾ ਕਿ ਜਿਹੜੇ ਸਾਡੇ ਸਟੂਡੈਂਟਸ ਇਸ ਵਕਤ ਬੈਠੇ ਹੋਏ ਨੇ ਜੀ ਧਰਨੇ ਦੇ ਉੱਪਰ, ਪ੍ਰੋਟੈਸਟ ਕਰ ਰਹੇ ਨੇ ਆਪਣੇ ਵੀਜ਼ਾ ਦੇ ਬਾਰੇ, ਆਪਣੇ ਸਟੱਡੀ ਦੇ ਬਾਰੇ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਬੈਠੇ ਹੋਏ ਨੇ। ਉਹਨਾਂ ਦਾ 29 ਦਿਨ ਹੋ ਗਏ ਜੀ ਪ੍ਰੋਟੈਸਟ ਕਰਦਿਆਂ ਹੋਇਆਂ ਨੂੰ। 45 ਅੱਛਾ ਜੀ, ਸੌਰੀ ਜੀ, ਮੈਂ ਸੌਰੀ ਇੱਥੇ ਗਲਤ। ਅੱਛਾ, 43 ਡੇਜ਼ ਹੋ ਗਏ ਜੀ। 46 ਡੇਜ਼ ਟੁਡੇ। ਮਾਈ ਗॉड, 46 ਦਿਨ ਹੋ ਗਏ ਜੀ। ਇਹਦੇ 'ਚ 4-5 ਸਵਾਲਾਂ ਦੇ ਵਿੱਚ ਅੱਜ ਆਪਣਾ ਜਿਹੜਾ ਇਹ ਪੋਡਕਾਸਟ ਆਪਾਂ ਕਰਨਾ ਦਰਸ਼ਨ ਜੀ। ਪਹਿਲਾ ਤਾਂ ਮੇਰਾ ਸਵਾਲ ਇਹ ਆ ਕਿ ਇਹਨਾਂ ਦੇ ਪਾਸ ਨਾ ਕੋਈ ਵੀ ਹੁਣ ਤੱਕ ਜਿਹੜਾ ਮੈਂ ਦੇਖਿਆ, ਕੋਈ ਪ੍ਰੋਪਰ ਸਪੋਕਸ ਪਰਸਨ ਨਹੀਂ। ਕਿਉਂਕਿ ਇੱਕ ਦੋ ਜਿਹੜੇ ਬੱਚੇ ਨੇ ਵਿਚਾਰੇ, ਇੱਕ ਮੇਰਾ ਖਿਆਲ ਮਹਿਕ ਸਿੰਘ ਹੈ, ਉਹਨਾਂ ਦਾ ਨਾਂ ਗੋਲ ਜੀ ਪੱਗ ਬੰਨ੍ਹਦੇ ਨੇ। ਉਹਨਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਹੈ ਬਹੁਤ ਲਿਮਿਟਡ ਜੀ ਆ। ਆਈ ਥਿੰਕ ਜਦੋਂ ਵੀ ਤੁਸੀਂ ਐਡਾ ਵੱਡਾ ਕੋਈ ਸਟੈਪ ਲਵੋ, ਪ੍ਰੋਟੈਸਟ ਕਰੋ, ਤਾਂ ਤੁਹਾਡਾ ਜਿਹੜਾ ਸਪੋਕਸ ਪਰਸਨ ਹੋਣਾ ਚਾਹੀਦਾ, ਉਹਦੇ ਕੋਲ ਜਾਣਕਾਰੀ ਹੋਣੀ ਚਾਹੀਦੀ ਆ। ਉਹਦੇ ਕੋਲ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਉਹਨੂੰ ਪਤਾ ਹੋਣਾ ਚਾਹੀਦਾ, ਕਾਨੂੰਨ ਦਾ ਪਤਾ ਹੋਣਾ ਚਾਹੀਦਾ। ਤੇ ਤੁਹਾਡਾ ਇਹਦੇ ਬਾਰੇ ਕੀ ਟੇਕ ਹੈ ਜੀ ਦਰਸ਼ਨ ਜੀ? और लैंग्वेज का भी इश्यू होता है उत्तर में। ये हुँ, शायद किसी को पसंद ना आए, लेकिन अगर आप के पास लैंग्वेज पे कमांड वाला बंदा नहीं है तो आप, क्योंकि ये तो कम्युनिकेशन का खेल है, हुँ, तो एक बंदा ऐसा जो आपकी बात पूरी जनता को अच्छी तरह से समझा सके। हाँ अब जी। फॉर द मोस्ट पार्ट इनकी बातें पंजाबी में होती है, बाकी किसी को समझ में नहीं आती। तो जिसे एको चैम्बर कहते हैं ना, वो होके रह गई है। हुँ, कल मैं गया था, कल अच्छा जी। उनका दोपहर 1 बजे था। मैंने देखा इंस्टाग्राम पे कि उनका 1 बजे प्रोटेस्ट होने वाला है, तो मैं गया था। हुँ, काफ़ी लो एनर्जी वाला मामला मुझे दिखाई दिया। हालाँकि मैं उनके स्टार्टिंग टाइम में ही गया था, बाद में शायद वो पिकअप किया हो। मैं रात ਨੂੰ ਗਿਆ ਸੀ ਜੀ। तो अच्छा, ਮੈਂ ਲੇਟ तो ਨਾਈਟ ਗਿਆ ਸੀ वहाँ ਦਰਸ਼ਨ ਜੀ, ਬਟ ਦੇ ਡੋਨਟ ਹੈਵ ਵੈਰੀ, ਕਿਉਂਕਿ ਏਦਾਂ ਲੱਗਦਾ ਕਿ ਇਹਨਾਂ ਨੂੰ ਸਪੋਰਟ ਨਹੀਂ ਮਿਲ ਰਹੀ। ਜਦ ਮਸਾਂ ਹੀ ਜਦੋਂ ਵੀ ਜਾਈਦਾ 15, 20, 15, 16, 17 ਬੱਚੇ ਉੱਥੇ ਬੈਠੇ ਹੁੰਦੇ ਆ ਜੀ। हाँ, ਤੇ ਇਟਸ ਕਾइंड ऑफ अनफॉर्चुनेट। ਹਾਂਜੀ, ਸੌਰੀ, ਗੋ ਅहेड, ਸੌਰੀ टू इंटरप्ट यू सर। नहीं, और मैंने देखा कोई 3-4 बंदे वो अपना कैमरा लेके, कोई फ़ोन का कैमरा था स्टैंड के ऊपर, कोई अच्छा प्रोफ़ेशनल कैमरा था। हुँ, लेकिन जो मेनस्ट्रीम मीडिया में जो भी है, सीबीसी या सीटीवी या जो भी देख लो, सीपी 24, सिटी स्टूडियो, ग्लोबल, किसी को इसमें इंटरेस्ट है ऐसा मुझे लगता नहीं। ਸੌਰੀ अब ये ਦਰਸ਼ਨ ਜੀ, भी ਇੱਕ ਮੈਂ ਨਾ ਇਹਨਾਂ ਦੀ ਇੰਟਰਵਿਊ ਦੇਖੀ ਸੀ। ਮੈਨੂੰ ਹੁਣ ਇਹ ਨਹੀਂ ਪਤਾ ਕਿ ਮੇਨਸਟ੍ਰੀਮ ਮੀਡੀਆ ਕਿਹੜਾ ਸੀ। ਪਤਾ ਨਹੀਂ ਸੀਬੀਸੀ ਸੀ ਜਾਂ ਸਿਟੀ ਟੀਵੀ ਸੀ। ਉਹਨਾਂ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦਰਸ਼ਨ ਜੀ, ਪਰ ਯੈਟ ਅਗੇਨ ਦੇ ਫੇਲਡ। ਇਹ ਆਪਣੇ ਆਪ ਨੂੰ ਰਿਪ੍ਰੈਜ਼ੈਂਟ ਨਹੀਂ ਕਰ ਸਕੇ, ਆਪਣੀਆਂ ਮੰਗਾਂ ਹੀ ਨਹੀਂ ਦੱਸ ਸਕੇ, ਬਲਕਿ ਦੇ ਬਿਕੇਮ ਅ ਲਾਫਿੰਗ ਸਟਾਕ। ਮਤਲਬ ਲੋਕੀ ਗੋਰੇ ਜਿਹੜੇ ਬਾਹਰ ਦੂਸਰੇ ਲੋਕ ਆ ਨਾ, ਉਹ ਹੱਸਦੇ ਨੇ। ਕੱਲ ਮੈਨੂੰ 3 ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਿਆ, ਕਿਉਂਕਿ ਜਿਹੜਾ ਮੈਂ ਕੰਮ ਕਰਦਾ ਜੀ ਫਾਰਲਾਮ ਦਾ, ਉੱਥੇ ਅਕਸਰ ਮੈਨੂੰ ਵੱਖ-ਵੱਖ ਬਿਲਡਿੰਗਸ ਦੇ ਵਿੱਚ ਜਾਣਾ ਪੈਂਦਾ। ਦਰਸ਼ਨ ਜੀ, ਜਿਹੜੇ ਅੱਜ ਤੋਂ 5 ਜਾਂ 6 ਸਾਲ ਪਹਿਲਾਂ ਪੁਰਾਣੇ ਬੱਚੇ ਆਏ ਸੀ ਜੀ, ਉਹ ਇਹਨਾਂ ਦੀ ਸਪੋਰਟ ਨਹੀਂ ਕਰ ਰਹੇਗੇ। ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਰਾਜੀ ਨਹੀਂ ਹੈ। हुँ।
2 ਬੱਚੇ ਮੈਨੂੰ ਮਿਲੇ ਜੀ ਮਹਾਰਾਸ਼ਟਰ ਤੋਂ, ਸਿੱਖ ਪਰਿਵਾਰ ਦੇ ਵਿੱਚੋਂ ਸਨ ਉਹ ਜੰਮੇ ਪਲੇ ਜੀ ਮਹਾਰਾਸ਼ਟਰ ਦੇ ਵਿੱਚ ਆ। ਉਹਨਾਂ ਨੂੰ हुँ, ਪੰਜਾਬੀ ਦਾ ਇੱਕ ਲਫ਼ਜ਼ ਨਹੀਂ ਸੀ ਆਉਂਦਾ, ਲੇਕਿਨ ਪੱਗ ਬੰਨ੍ਹੀ ਹੋਈ ਸੀ ਜੀ ਉਹਨਾਂ ਨੇ। ਹਿੰਦੀ ਵਿੱਚ ਤੇ ਮਹਾਰਾਸ਼ਟਰੀਅਨ ਦਾ ਜਿਹੜਾ ਉਹ ਸਲੈਂਗ ਸੀ, ਉਹਦੇ ਵਿੱਚ ਉਹ ਗੱਲਬਾਤ ਕਰ ਰਹੇ ਸੀਗੇ। ਉਹਨਾਂ ਦੇ ਕਹਿਣ ਦੇ ਅਨੁਸਾਰ ਕਹਿੰਦੇ ਕਿ ਵੀ ਇਹਨਾਂ ਦੇ ਕਰਕੇ ਕਿਉਂਕਿ ਅਸੀਂ ਪੱਗ ਬੰਨ੍ਹਦੇ ਹਾਂ, ਸਾਡੀ ਰੈਪੂਟੇਸ਼ਨ ਵੀ ਖਰਾਬ ਹੋ ਰਹੀ ਆ। ਸੋ हुँ। ਇਹਨਾਂ ਬੱਚਿਆਂ ਦਾ ਆਪਸ में ਵਿੱਚ ਹੀ ਏਕਾ नहीं है दर्शन जी। नहीं, सीधी-सी बात है ना क्योंकि अ, ये जो उनकी डिमांड जो है हाँ जी, उसके ऊपर कहीं किसी सोशल या पॉलिटिकल लेवल पे मुझे तो कहीं कोई एग्रीमेंट दिखाई नहीं देता। जी। कोई ये नहीं कहता कि ये जो भी लाखों की तादाद में आए हैं उन सबको एक्सटेंड कर दो। वो ना किसी पॉलिटिशियन ने कहा है, ना किसी सोशल ग्रुप ने कहा है। ये ट्रेड यूनियन वाले उनके सपोर्ट में खड़े हैं। लेकिन जिन लोगों ने ट्रेड यूनियन को सवाल किया, हुँ, उसका जवाब ट्रेड यूनियन के पास नहीं है कि भई आपका फर्ज़ बनता है कि कैनेडियन वर्कर्स को आप सपोर्ट करो। जी, तो अगर इनको वर्क परमिट एक्सटेंड हो जाती है, हुँ, तो कैनेडियन वर्कर्स को जॉब मिलने में दिक्कत आएगी। तो बिल्कुल आप जी। ये क्यों कर रहे हो? तो ये उसका जवाब किसी ने दिया नहीं। तो हुँ। ये मतलब मामला खींच रहा है लेकिन कहीं किसी से उसका एग्रीमेंट मुझे होता हुआ दिखाई नहीं देता। ਦਰਸ਼ਨ ਦਿਸ ਲੀਡਸ ਅਸ ਇਨਟੂ ਨੈਕਸਟ ਕੁਐਸਚਨ। ਕੁਝ ਲੋਕ ਇੱਕ ਤਾਂ ਇਹਨਾਂ ਦੀ ਜਿਹੜੀ ਨੌਜਵਾਨ ਸਭਾ ਬਣੀ ਹੋਈ ਹੈ ਜੀ, ਆਈ ਡੋਨਟ ਨੋ ਵੇਅਰ ਦੇ ਕੇਮ ਫਰੋਮ ਜਾਂ ਉਹਨਾਂ ਨੇ ਹੁਣ ਤੱਕ ਕੀ ਕੀਤਾ। ਇਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਮੁੜਾਏ ਆ, ਜਿਹੜੀ ਪੁਰਾਣੀ ਕਮਿਊਨਿਟੀ ਨੇ ਪੈਸੇ ਮਾਰੇ ਸੀ ਬੱਚਿਆਂ ਦੇ ਉਹ ਅਸੀਂ 7-8 ਲੱਖ ਵਾਪਸ ਕਰਾਇਆ। ਆਈ ਡੋਨਟ ਨੋ ਵਾਟ ਐਲਸ ਦੇ ਹੈਵ ਡਨ। ਪਰ ਕੁਝ ਕੁ ਲੋਕ ਆਏ ਜੀ ਜਿਨ੍ਹਾਂ ਦੀ ਮੈਂ ਨਾ ਵੀਡੀਓ ਦੇਖੀ ਹੈ ਸੋਸ਼ਲ ਮੀਡੀਆ ਤੇ ਦਰਸ਼ਨ ਜੀ, ਆਈ ਡੋਨਟ ਨੋ ਸ਼ਾਇਦ ਤੁਸੀਂ ਵੀ ਦੇਖੀ ਹੋਵੇ, ਲੇਕਿਨ ਜਦੋਂ ਉਹ ਬੋਲ ਰਹੇ ਆ ਨਾ, ਉਹ ਬੱਚੇ ਵਿਚਾਰੇ ਨਹੀਂ ਬੋਲ ਰਹੇ। ਉਹ ਏਦਾਂ ਬੋਲ ਰਹੇ ਜਿੱਦਾਂ ਕਿ ਮਾਰਕਸਵਾਦੀ ਖਿਆਲਾਂ ਦੇ ਹੋਣ, ਕਮਿਊਨਿਸਟ, ਲੈਨਨ ਦੀ ਭਾਸ਼ਾ ਦੀ ਬਦਬੂ ਆਉਂਦੀ ਹੈ ਜੀ ਉਹਦੇ ਵਿੱਚੋਂ। ਮੈਨੂੰ ਏਦਾਂ ਲੱਗਦਾ ਜੀ, ਇਹ ਵਿਚਾਰੇ ਜਿਹੜੇ ਬੱਚੇ ਬੈਠੇ ਹੋਏ ਨੇ ਐਜੂਕੇਸ਼ਨ ਤੇ, ਇਹਨਾਂ ਨੂੰ ਹਾਈਜੈਕ ਕੀਤਾ ਗਿਆ ਜੀ ਕੁਝ ਜਥੇਬੰਦੀਆਂ ਦੇ ਵੱਲੋਂ। ਕੀ ਤੁਸੀਂ ਸਹਿਮਤ ਹੋ ਜੀ आई ਇਹਦੇ ਨਾਲ? आई एग्री। शुरू में तो उनका ये नारा लगता था ना, किसान मजदूर एकता जिंदाबाद। अब ये तो अगर आप इंडिया में रहे हैं तो आपको पता है कि ये कम्युनिस्ट पार्टियों का नारा है। हुँ, अच्छा, ये मजदूर की तो बात समझ में आती है, किसान कहाँ से आ गया? भई आपके प्रोटेस्ट जी, में कोई किसान तो है नहीं। जी, जी, जी। कैनेडियन जो किसान है उनको तो इससे कुछ लेना-देना नहीं है, लेकिन वो बिल्कुल नहीं। किसान मजदूर एकता जिंदाबाद का नारा लगता था। हुँ। अब शायद लगता है कि नहीं, पता नहीं। ਔਰ ਸੌਰੀ ਦਰਸ਼ਨ ਜੀ, ਕਾਮਾਗਾਟਾ ਮਾਰੂ ਦੇ ਨਾਲ ਤੁਲਨਾ ਹੋ ਰਹੀ ਹੈ। 1914 ਦੇ ਵਿੱਚ ਜਿਹੜਾ ਕਾਮਾਗਾਟਾ हुँ, ਮਾਰੂ ਦਾ ਇੰਸੀਡੈਂਟ ਸੀ, ਬਹੁਤ ਅਨਫੋਰਚੂਨੇਟ ਇੰਸੀਡੈਂਟ ਸੀ ਜੀ ਉਹ। ਜਿਹਦੀ ਕਿ ਲਿਬਰਲ ਸਰਕਾਰ ਨੇ, ਟਰੂਡੋ ਸਾਹਿਬ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਉਹਦੀ ਮਾਫ਼ੀ ਵੀ ਮੰਗੀ ਆ। ਔਰ हुँ, ਅ, ਪਰ ਤੁਸੀਂ ਉਹਨਾਂ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਕਾਮਾਗਾਟਾ ਮਾਰੂ ਜਹਾਜ਼ ਨੂੰ ਜਦੋਂ ਵਾਪਸ ਮੋੜਿਆ ਗਿਆ ਸੀ, ਉਹ ਵਾਪਸ ਪਹੁੰਚਦੇ ਸਾਰ ਹੀ ਉੱਥੇ ਬ੍ਰਿਟਿਸ਼ ਨੇ ਕਈ ਲੋਕਾਂ ਨੂੰ ਗੋਲੀਆਂ ਮਾਰ ਕੇ ਮੁਕਾ ਦਿੱਤਾ ਸੀ। ਦੂਜੇ ਨੂੰ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਉੱਪਰ ਜਾ ਕੇ ਕਾਲੇ ਪਾਣੀਆਂ ਦੀ ਸਜ਼ਾ ਹੋਈ ਸੀ। ਸੋ ਹਾਊ ਕੈਨ ਥੀਸ ਕਿਡਸ ਕੰਪੇਅਰ ਥੈਮਸੈਲਵਸ ਟੂ ਕਾਮਾਗਾਟਾ ਮਾਰੂ? ਮੈਨੂੰ ਇੰਜ ਜਾਪਦਾ ਕਿ ਇਹਨਾਂ ਨੂੰ ਕਾਮਾਗਾਟਾ ਮਾਰੂ ਜਹਾਜ਼ ਦੀ ਹਿਸਟਰੀ ਦਾ ਹੀ ਨਹੀਂ ਪਤਾ ਜੀ ਉਹ ਹੋਇਆ ਕੀ ਸੀ। कोमागेटा मारू ना, ये मैं फ्रैंकली कहूँ तो ये यहाँ की खासकर ब्रैम्पटन की सिख जो कम्युनिटी है उसमें उसको यूज़ करके आगे बढ़ने का एक टेंडेंसी मैंने देखी हुई है। हुँ, कि भई अगर म्युनिसिपल इलेक्शन में कोई खड़ा रहता है, तो कहता है कि मैं कोमागाटा मारू का मेमोरियल बनवा दूँगा, तो उसको वोट मिल गए, वो जीत गया। हुँ, भई वो हुआ था वैनकूवर में, आप यहाँ ब्रैम्पटन में मेमोरियल बना लो, बनाने के बाद आप पब्लिक के लिए क्या करोगे? और तो कुछ किया नहीं, हुँ, बल्कि सेक्सुअल हैरेसमेंट के केस में उनके सामने वो जो केस हुआ, तो दूसरा इलेक्शन वो हार गए। हुँ, तो ये ना, ये मुझे फ्रैंकली मैं कहता हूँ, अगर किसी को बुरा लगे तो आई एम सॉरी, लेकिन कोमागाटा मारू जो हुआ, बुरा हुआ था, लेकिन उसको यूज़ करके अपना जो मकसद है, उसे हासिल करने के लिए बहुत ही अच्छा टूल मिल गया है इनको। ਦਰਸ਼ਨੀ ਜਿਹੜੇ ਬੱਚੇ ਆ ਨਾ ਆਪਾਂ ਗੱਲ ਕਰ ਰਹੇ ਸੀ ਬੱਚੇ ਭੋਲੇ ਆ ਕਿਉਂਕਿ ਅਜੇ ਇਹਨਾਂ ਵਿੱਚ ਬਹੁਤਿਆਂ ਵਿੱਚ ਵਿਚਾਰਿਆਂ ਦੇ ਕੋਲ ਨਾ ਮੈਚੁਰਿਟੀ ਲੈਵਲ ਇਹਨਾਂ ਦਾ ਹਜੇ ਡਿਵੈਲਪ ਨਹੀਂ ਹੋਇਆ ਕਿਉਂਕਿ +2 ਕਰਕੇ ਆ ਜਾਣਾ ਫਿਰ ਹੁਣ ਇਹਨਾਂ ਦੇ ਨਾਲ ਹੁਣ ਐਜੂਕੇਸ਼ਨ ਦੇ ਮੌਕੇ ਜਿਹੜੇ ਪ੍ਰੋਟੈਸਟ ਤੇ ਬੈਠੇ ਹੋਏ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਤੁਸੀਂ
ਇੱਕ ਪਾਸੇ ਤਾਂ ਕਹਿ ਰਹੇ ਸਾਨੂੰ ਤੁਸੀਂ ਕੰਮ ਨਹੀਂ ਕਰਨ ਦਿੰਦੇ, ਸਾਨੂੰ ਤੁਸੀਂ ਵਰਕ ਪਰਮਿਟ ਸਾਡੇ ਖਤਮ ਹੋਏ ਨੇ। ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਦਰਸ਼ਨ ਜੀ? ਹੂ ਇਜ਼ ਫੰਡਿੰਗ them? ਇਹਨਾਂ ਦੇ ਖਰਚੇ ਕਿੱਥੋਂ ਪੂਰੇ ਹੋ ਰਹੇ ਨੇ? ਹੁਣ ਮੈਂ ਇੱਕ ਬੱਚੇ ਨਾਲ ਗੱਲ ਕੀਤੀ ਸੀ, ਉਹ ਮੈਨੂੰ ਕਹਿੰਦੇ ਕਿ ਸਾਨੂੰ ਗੁਰਦੁਆਰਾ ਸਾਹਿਬ ਤੋਂ ਲੰਗਰ ਬਣ ਕੇ ਆ ਜਾਂਦਾ। ਪਰ ਕੀ ਇਹਨਾਂ ਨੇ ਕਦੀ ਗੁਰਦੁਆਰਾ ਨੂੰ ਅਪਰੋਚ ਕੀਤਾ? ਕਿਸੇ ਵੀ ਗੁਰਦੁਆਰਾ ਦੀ ਕਮੇਟੀ ਨੇ ਹਜੇ ਤੱਕ ਸਾਹਮਣੇ ਨਹੀਂ ਆਈ, ਇਹਨਾਂ ਦੇ ਨਾਲ ਮੋਢਾ ਲਾ ਕੇ ਨਹੀਂ ਖੜੇ ਹਜੇ ਤੱਕ। ਠੀਕ ਹੈ ਜੀ। ਸਿਰਫ ਲੰਗਰ ਭੇਜ ਦੇਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਲੰਗਰ ਤਾਂ ਹਮੇਸ਼ਾ ਹੀ ਚੱਲਦਾ, ਬਾਬਾ ਜੀ ਦਾ 24 ਘੰਟੇ ਚੱਲਦਾ ਜੀ। ਹੁਣ ਇਹ ਆ ਕਿ ਗੁਰਦੁਆਰੇ ਵਾਲੇ ਵਿਚਾਰੇ ਖੁਦ ਉਹਨਾਂ ਬਲੈਕ ਲਿਸਟ ਦੇ ਵਿੱਚ ਆਏ ਹੋਏ ਨੇ ਇਮੀਗ੍ਰੇਸ਼ਨ ਵਾਲਿਆਂ ਦੇ ਕੋਲ, ਕਿਉਂਕਿ ਜਿਹੜੇ ਗ੍ਰੰਥੀ ਜਾਂ ਰਾਗੀ ਬਣ ਕੇ ਆਏ ਸੀਗੇ ਉਹ ਕਬੂਤਰਬਾਜੀ ਕੇਸ 'ਚ ਫਸੇ ਹੋਏ ਆ। ਇੱਥੇ ਆ ਕੇ ਕੇਸ ਲਾ ਕੇ ਰਿਫਿਊਜੀ ਬਣ ਕੇ ਭੱਜ ਗਏ। ਇਹ ਰਾਗੀ ਢਾਡੀ ਸੀ ਜੀ। ਔਰ ਗੁਰਦੁਆਰਾ ਸਾਹਿਬ ਦੇ ਕੋਲ ਖੁਦ ਸਾਰੇ ਗੁਰਦੁਆਰਾ ਸਾਹਿਬ ਦੇ ਕੋਲ ਇਨਫ ਗ੍ਰੰਥੀ ਔਰ ਕੀਰਤਨ ਕਰਨ ਵਾਲੇ ਰਾਗੀ ਢਾਡੀ ਸਿੰਘ ਨਹੀਂ। ਉਹ ਇੱਕ ਦੂਜੇ ਗੁਰਦੁਆਰਿਆਂ ਤੋਂ ਬੋਰੋ ਕਰ ਰਹੇ ਆ। ਤਾਂ ਵਿਚਾਰੇ ਗੁਰਦੁਆਰੇ ਤੁਹਾਡੀ ਕੀ ਮਦਦ ਕਰ ਸਕਣਗੇ? ਉਹ ਤਾਂ ਜਿੰਨੇ ਜੋਗੇ ਨੇ ਉਹ ਤਾਂ ਕਰੀ ਜਾਂਦੇ ਆ। ਹੁਣ ਸਵਾਲ ਇਹ ਉੱਠਦਾ, ਇਹਨਾਂ ਬੱਚਿਆਂ ਨੇ ਅਜੇ ਤੱਕ ਕਿਸੇ ਵੀ ਪਤਵੰਤ ਸੱਜਣ, ਬਹੁਤ ਸਿਆਣੇ ਸੱਜਣ ਬੈਠੇ ਨੇ, ਚਲੋ ਜਿੱਦਾਂ ਆਪਾਂ ਕਹਿ ਦਿੰਦੇ ਸਾਨੂੰ 50-50 ਸਾਲ ਹੋ ਗਏ ਇੱਥੇ ਆਇਆ ਨੂੰ, ਔਰ ਮੈਂ ਖੁਦ ਮੀਡੀਆ ਦੇ ਵਿੱਚ ਕਿੰਨਾ ਸਾਲ ਰਿਹਾ। ਕਦੀ ਇਹਨਾਂ ਨੇ ਕਿਸੇ ਮੀਡੀਆ ਵਾਲੇ ਨੂੰ ਅਪਰੋਚ ਨਹੀਂ ਕੀਤਾ, ਨਾ ਹੀ ਇਹਨਾਂ ਨੇ ਕਿਸੇ ਜਿਹੇ ਕਮਿਊਨਿਟੀ ਦੇ ਸਾਡੇ ਲੀਡਰ ਨੂੰ ਅਪਰੋਚ ਕੀਤਾ। ਅੱਛਾ, ਸਿਰਫ ਇਹਨਾਂ ਨੇ ਕੀ ਕੀਤਾ ਜੀ, ਇੱਕ ਦੋ ਜਿਹੜੇ ਟੁੱਟੇ ਜਿਹੇ ਸਿੰਗਰ ਆ ਉਹਨਾਂ ਨੂੰ ਲਿਆਂਦਾ ਉੱਥੇ। ਜਿੱਦਾਂ ਕਿਸਾਨ ਮੋਰਚਾ ਲੱਗਾ ਸੀ ਦਿੱਲੀ ਦੇ ਵਿੱਚ, ਉਹਨਾਂ ਨੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਉੱਥੇ ਲਿਆਂਦਾ ਵੀ ਤਾਂ ਜੋ ਲੋਕਾਂ ਦਾ ਇਕੱਠ ਹੋ ਜਾਵੇ। ਤੁਹਾਨੂੰ ਪਤਾ ਜੀ, ਐਕਟਰ ਸਿੰਗਰ ਦੇ ਨਾਂ ਤੇ ਇਕੱਠ ਹੋ ਹੀ ਜਾਂਦਾ। ਉਹ ਜਿਹੜੇ ਵਿਚਾਰੇ ਸਿੰਗਰ ਇੱਥੇ ਆਉਂਦੇ ਆ, ਉਹ ਤਾਂ ਡਾਲਰ ਇਕੱਠਾ ਕਰਨ ਆਉਂਦੇ, ਆਪ ਦਾ ਕਮਾਉਣ ਆਉਂਦੇ ਆ। ਆਪਦੇ ਕੋਲ ਤਾਂ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਨਹੀਂ ਹੁੰਦੀ, ਆਪ ਵਿਜ਼ਟਰ ਵੀਜ਼ਾ ਲੈ ਕੇ ਆਉਂਦੇ ਆ। ਉਹ ਵਿਚਾਰੇ ਇਹਨਾਂ ਦੀ ਕੀ ਹੈਲਪ ਕਰ ਦੇਣਗੇ? ਕੀ ਤੁਸੀਂ ਨਹੀਂ ਸਮਝਦੇ ਦਰਸ਼ਨ ਜੀ ਕਿ ਬੱਚਿਆਂ ਦਾ ਫਰਜ਼ ਬਣਦਾ ਸੀ ਕਿ ਕਮਿਊਨਿਟੀ ਦੇ ਕੋਲ ਜਾਂਦੇ, ਜਿਹੜੇ ਪਤਵੰਤ ਸੱਜਣ, ਭਾਵੇਂ ਉਹ ਗੁਰਦੁਆਰਾ ਕਮੇਟੀ ਆ, ਭਾਵੇਂ ਉਹ ਕਿਸੇ ਮੰਦਿਰ ਦੀ ਕਮੇਟੀ ਆ, ਕਿਉਂਕਿ ਸਾਰੇ ਨੂੰ ਨਾਲ ਲੈ ਕੇ ਚੱਲੋ। ਤੁਹਾਨੂੰ नहीं लगता कि इन्हें अप्रोच करना चाहिए सही दर्शन जी? आई एग्री। एक्चुअली मैंने जो शुरू में कहा ना कि एक एको चैम्बर बनी हुई है, वो एको चैम्बर सिर्फ इंग्लिश स्पीकिंग या फ्रेंच स्पीकिंग कनाडा के साथ नहीं है, वो अपनी कम्युनिटी के साथ भी है कि भाई कहीं गुरुद्वारा साहब चले गए, कहीं किसी के पास कोई सपोर्ट मांगा, कोई गाइडेंस मांगी, कोई कम्युनिकेशंस के बारे में कोई टिप्स मांगी, ऐसा कुछ हो रहा है मुझे दिखता नहीं है। हालांकि ये इतने टाइम से चल रहा है तो कहीं ना कहीं से फंडिंग तो आ रही है जी। लेकिन कुछ दिन पहले उन्होंने गो फंड मी पेज शुरू किया था कि अब हमें यहाँ खर्चे ज्यादा हो रहे हैं तो उसके लिए हमें पैसों की जरूरत है, तो आप प्लीज डोनेट करें। वो वीडियो भी पंजाबी में थी तो दूसरे किसी को तो समझ में आनी है नहीं, कोई अगर चाहे तो भी उसे समझ में आए तो हेल्प करेगा ना। तो ये दर्शन जी, अपने पंजाबी सॉरी पंजाब, क्योंकि इंग्लिश तो आउंदी नहीं विचारे, क्योंकि आईलेट तो इन्होंने मसा पास करके आए इतने। ਉਹੀ ਫਿਰ ਗੱਲ ਉਹੀ ਆ ਗਈ ਨਾ ਜੀ, ਕਿਉਂਕਿ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਹੈ ਇਹਨਾਂ ਦੇ ਕੋਲ, ਕਿ ਇੰਗਲਿਸ਼ ਦੀ ਜਿਹੜੀ ਲੈਂਗੁਏਜ ਬੈਰੀਅਰ ਆ, ਕੋਈ ਇਹਨਾਂ ਦੇ ਪਾਸ ਅਜਿਹਾ ਸਪੋਕਸ ਪਰਸਨ ਨਹੀਂ ਹੈ ਜਿਹੜਾ ਕਿ ਪ੍ਰੋਪਰਲੀ ਇੰਗਲਿਸ਼ ਦੇ ਵਿੱਚ ਗੱਲਬਾਤ ਕਰ ਸਕੇ। ਜਿਹੜੇ ਦੂਸਰੇ ਕਮਿਊਨਿਸਟ ਲੋਕ ਵੀ ਆਉਂਦੇ ਨੇ ਇੱਥੇ ਆ ਕੇ ਭਾਸ਼ਣ ਦੇ ਕੇ, ਉਹ ਵੀ ਪੰਜਾਬੀ ਚ ਬੋਲ ਕੇ ਚਲੇ ਜਾਂਦੇ ਆ ਜੀ। ਫਿਰ ਹੁਣ ਇਹਨਾਂ ਨੂੰ ਬਜ਼ੁਰਗਸ ਨੂੰ ਲੈ ਕੇ ਆਏ, ਜਿਹੜੇ ਬਜ਼ੁਰਗ ਆ ਸਾਡੇ ਸੀਨੀਅਰ, ਰਿਸਪੈਕਟ ਟੂ ਆਲ, ਪਰ ਬਜ਼ੁਰਗਾਂ ਨੇ ਕਿਹੜਾ ਇੱਥੇ ਘੱਟ ਕੀਤੀ ਹੈ? ਜਿਹੜੇ ਪੁਰਾਣੇ ਬਜ਼ੁਰਗ ਆਏ ਸੀ ਉਹਨਾਂ ਨੇ ਵੀ ਗਵਰਨਮੈਂਟ ਨੂੰ ਲੁੱਟਿਆ, ਉਹ ਝੂਠਾ ਵੈਲਫੇਅਰ ਲੈਂਦੇ ਰਹੇ ਜੀ, ਟੈਕਸ ਦੇਣਾ ਸਾਨੂੰ ਪਿਆ ਟੈਕਸ ਪੇਅਰ ਨੂੰ। ਠੀਕ ਹੈ ਜੀ। ਹੁਣ ਜਿਹੜੀ ਗੱਲ ਉੱਠੀ ਹੈ ਜੀ, ਹੁਣ ਇਹ ਕਹਿ ਰਹੇ ਜੀ ਘੱਟੋ ਘੱਟ 5 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਣਾ ਚਾਹੀਦਾ ਜੀ, 5 ਸਾਲ ਦਾ। ਇਹਨਾਂ ਨੇ ਦਰਸ਼ਨ ਜੀ 3 ਸਾਲ ਦਾ ਦਿੱਤਾ ਸੀ। 3 ਸਾਲ ਬਹੁਤ ਹੁੰਦੇ ਨੇ ਜੀ। ਜਾਂ ਤਾਂ 3 ਸਾਲ ਦੇ ਵਿੱਚ ਤੁਸੀਂ ਆਪਣੀ ਕੋਈ ਪੜ੍ਹਾਈ ਕਰਕੇ, ਆਪਣੇ ਆਪ ਨੂੰ ਬੈਟਰ ਕਰਕੇ, ਐਜੂਕੇਸ਼ਨ ਲੈ ਕੇ, ਕੋਈ ਸਪੈਸ਼ਲ ਫੀਲਡ, ਕੋਈ ਉਹੋ ਜਿਹੀ ਪੜ੍ਹਾਈ ਕਰ ਲਓ, ਉਹੋ ਜਿਹੇ ਸੈਕਟਰ ਦੇ ਵਿੱਚ ਆ ਜਾਵੋ। ਜਾਂ ਫਿਰ ਤੁਸੀਂ ਪੈਸੇ ਬਣਾ ਲਓ ਜੀ, ਊਬਰ ਚਲਾ ਲਓ, ਟਰੱਕ ਚਲਾ ਲਓ, ਤੇ ਟਰੱਕਾਂ ਦੇ ਵਿੱਚ ਜਾ ਕੇ ਜੀ ਟਰੱਕ ਸੁਪਰਵਾਈਜ਼ਰ ਦੀਆਂ ਇਹਨਾਂ ਨੇ ਐਪਲੀਕੇਸ਼ਨਾਂ ਲਾਉਣ ਲੱਗ ਪਏ, ਜਿਹੜੀ ਕਿ ਹੈ ਹੀ ਨਹੀਂ ਸਕਿੱਲ ਜੌਬ ਦੇ ਵਿੱਚ, ਇਹਨੂੰ ਮੰਨਿਆ ਹੀ ਨਹੀਂ ਜਾਂਦਾ। ਜਾਂ ਤਾਂ ਤੁਸੀਂ ਪੈਸੇ ਕਮਾ ਲਓ, ਜਾਂ ਤੁਸੀਂ PR ਲੈ ਲਓ। ਜਿੰਨੇ ਬੱਚੇ ਨੇ PR ਵੱਲ ਧਿਆਨ ਦਿੱਤਾ ਸੀ ਉਹ PR ਹੋਏ ਨੇ। ਜਿਹੜੇ ਬੱਚਿਆਂ ਨੇ ਬਸ ਪੈਸੇ ਕਮਾਉਣੇ ਸੀ, ਕਿਉਂਕਿ ਆਈ ਪੈਸੇ ਕਮਾਉਣ ਸੀ, ਆਈ ਹੀ PR ਲੈਣ ਸੀਗੇ। ਹੁਣ ਇਹ ਕਹਿੰਦੇ ਨੇ ਦਰਸ਼ਨ ਜੀ, ਆਈ ਡੋਨਟ ਨੋ ਵੀ ਤੁਹਾਡਾ ਇਹਦੇ ਬਾਰੇ ਕੀ ਖਿਆਲ ਆ, ਕਿ ਇਹਨਾਂ ਨੂੰ ਸਬਜ਼ ਬਾਗ ਦਿਖਾਏ ਗਏ ਸਾਡੇ ਏਜੰਟਸ ਦੇ ਵੱਲੋਂ ਜਾਂ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ, ਵੀ ਤੁਸੀਂ ਇੱਥੇ ਆਓ, ਇੱਥੇ ਪੜ੍ਹੋ, ਇੱਥੇ PR ਹੋਵੋ। ਇਹਨਾਂ ਨੇ ਗਵਰਨਮੈਂਟ ਨੇ ਇਹ ਕਿਹਾ ਸੀ ਵੀ ਤੁਸੀਂ ਇੱਥੇ ਆ ਕੇ ਪੜ੍ਹ ਸਕਦੇ ਹੋ,
ਪੜ੍ਹ ਕੇ ਆ ਕੇ ਤੁਸੀਂ ਆਪਣੇ ਭਵਿੱਖ ਨੂੰ ਅਗਰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਨੇ ਇਹ ਤਾਂ ਨਹੀਂ ਸੀ ਕਿਹਾ ਵੀ ਅਸੀਂ ਪੀਆਰ ਤੁਹਾਨੂੰ ਕਰਾਂਗੇ। ਇੱਕ ਤੁਹਾਡੇ ਐਕਸ ਅਕਾਊਂਟ ਦੇ ਉੱਪਰ ਦਰਸ਼ਨ ਜੀ ਹੂੰ। ਮੈਂ ਦੇਖ ਰਿਹਾ ਸੀਗਾ ਕੁਝ ਕਮੈਂਟਸ ਮੈਂ ਦੇਖ ਰਿਹਾ ਸੀ ਜੀ ਉਹਦੇ ਉੱਪਰ ਬਹੁਤ ਵੱਖ-ਵੱਖ ਤਰ੍ਹਾਂ ਦੇ ਕਮੈਂਟਸ ਉਹਦੇ ਉੱਪਰ ਆਏ ਨੇ ਤੇ ਇੱਕ ਖੈਰ ਵੈਸੇ ਮੈਂ ਉਹਨਾਂ ਦਾ ਨਾਂ ਤਾਂ ਨਹੀਂ ਲਵਾਂਗਾ ਵੀ ਉਹਨਾਂ ਨੇ ਕੀ ਕਿਹਾ ਇਹਨਾਂ ਦੇ ਬਾਰੇ because I don't want to put anybody on the spot। ਉਹਨਾਂ ਨੇ ਗੱਲ ਕੀਤੀ ਹੈ ਜੀ ਉਹ ਕਹਿੰਦੇ ਕਿ I know Japanese, Taiwanese, Korean, Mexican and Brazilian students that understood their visa and went back home when it expired। Indian students are either stupid or scammers, maybe both। ਦੇਖੋ ਜੀ ਕਿੰਨੀ ਸਟਰੋਂਗ ਲੈਂਗੁਏਜ ਵਰਤੀ ਗਈ ਆ। ਇੱਕ ਲੜਕਾ ਹੋਰ ਲਿਖਦਾ ਜੀ ਇਹਦੇ ਉੱਪਰ ਉਹ ਕਹਿੰਦਾ you know what Creighton came up with good enough to work and good enough to stay slogan। A temporary worker is by definition only here temporarily। If they're too stupid to wrap their head around that concept, we definitely don't need them। ਇਹ ਤਾਂ ਕੁਝ ਕੁ comments ਆ ਦਰਸ਼ਨ ਜੀ ਅਜਿਹੇ ਹਜ਼ਾਰਾਂ ਹੀ comments ਨੇ ਆਮ ਪਬਲਿਕ ਦੇ ਵੱਲੋਂ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੇ ਲੋਕ ਵੀ ਸ਼ਾਮਲ ਆ ਦੂਜੀ ਕਮਿਊਨਿਟੀ ਦੇ ਲੋਕ ਵੀ ਸ਼ਾਮਲ ਆ। ਜਿੰਨਾ ਚਿਰ ਕਿਸੇ ਵੀ ਪ੍ਰੋਟੈਸਟ ਨੂੰ ਐਜੀਟੇਸ਼ਨ ਨੂੰ ਸਕਸੈਸਫੁਲ ਕਰਨਾ ਹੋਵੇ ਨਾ ਉਹਦੇ ਲਈ ਸਾਰੀਆਂ ਹੀ ਕਮਿਊਨਿਟੀ ਦੇ ਵਿੱਚ ਚਾਹੀਦੀਆਂ। ਹੁਣ ਤੱਕ ਇਹਨਾਂ ਨੇ ਆਪਣੇ ਆਪ ਨੂੰ ਕਮਿਊਨਿਟੀ ਤੋਂ ਦੂਰ ਹੀ ਕੀਤਾ ਨੇੜੇ ਨਹੀਂ ਕੀਤਾ। व्हाट्स योर टेक ऑन दैट? नहीं, बिल्कुल सही बात है। और हमने पहले ये बात की थी कि गवर्नमेंट की पार्टी के मेंबर ऑफ पार्लियामेंट जब वीडियो बना के शान से पोस्ट करते हैं कि सारे इंटरनेशनल स्टूडेंट और टेम्पररी फॉरेन वर्कर को पाथवे टू परमानेंट रेजिडेंसी मिलेगा, तो ये तो झूठा ख्वाब था और मैं हमेशा इसे झूठा ख्वाब ही कहूँ। क्योंकि जब आपका एनुअल टारगेट है 4.5 लाख परमानेंट रेसिडेंट और अगर आप 7-8 लाख इंटरनेशनल स्टूडेंट लेके आते हो और सबको कहते हो कि आपको पीआर मिलेगा, तो कहाँ से मिलेगा भाई? जगह ही नहीं है। पहले तो 4.5 लाख का जो टारगेट है उसमें भी अलग अलग कैटेगरीज होती है। फैमिली क्लास होता है, रेफ्यूजीज होते हैं, फिर वो जो पॉइंट सिस्टम जिसे पहले कहते थे अभी एक्सप्रेस एंट्री कहते हैं वो होते हैं। तो उसमें इनका नंबर तो 4.5 लाख से तो कम ही होगा। लेकिन आप 7-8 लाख बच्चा ले आओ इंडिया से और कहो कि सबको मिलेगा, तो नहीं मिलने वाला। ये पॉसिबल ही नहीं है। नंबर्स डोंट मैच। और दूसरी कम्युनिटी ਦੇ ਸਟੂਡੈਂਟਸ ਵੀ ਨੇ ਦਰਸ਼ਨ ਜੀ ਜਿਹੜੇ ਕਿ ਜਿਹੜੇ ਦੇ ਆਲ ਇਨ ਦ ਸੇਮ ਬੋਟ ਪਰ ਦੂਸਰੀ ਕਮਿਊਨਿਟੀ ਦਾ ਕੋਈ ਇੱਕ ਸਟੂਡੈਂਟ ਵੀ ਇਹਨਾਂ ਦੇ ਨਾਲ ਉੱਥੇ ਖੜਾ ਨਹੀਂ ਅਸੀਂ ਦੇਖਿਆ ਇੱਕ ਵੀ। ਸੋ ਆਈ ਫੀਲ ਬੈਡ ਫॉर द ਬੱਚਿਆਂ ਦੇ ਲਈ। ਆਈ ਡੂ ਫੀਲ ਬੈਡ ਨੋ ਡਾਊਟ ਅਬਾਊਟ ਇਟ ਕਿਉਂਕਿ ਖੇਡੇ ਜਾ ਰਹੇ ਜੀ ਹੱਥਾਂ ਦੇ ਵਿੱਚ ਔਰ ਕਈ ਇਹੋ ਜਿਹੇ ਏਜੰਟ ਹਜੇ ਵੀ ਦਰਸ਼ਨ ਜੀ ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਲਿੰਕ ਸ਼ੇਅਰ ਕੀਤਾ ਸੀ ਮੈਂ ਉਹਦਾ ਨਾਂ ਨਹੀਂ ਲੈਂਦਾ ਤੇ ਉਹ ਕਹਿ ਰਿਹਾ ਜੀ ਵੈਸੇ ਮੈਂ ਕਹਿ ਵੀ ਦਿੰਦਾ ਲੂਮਾ ਕੋਈ ਜੀ ਉਹ ਹਜੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਮੀਗ੍ਰੇਸ਼ਨ ਏਜੰਟ ਉਹ ਕਰੀ ਜਾਂਦਾ ਜੀ PGWP expiring question mark not enough points for PR no money to buy LMIA question mark don't worry become a PSW personal support worker ਹਜੇ ਵੀ ਗੁੰਮਰਾਹ ਕਰੀ ਜਾ ਰਹੇ ਆ। ਪਿਛਲੀ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਦਰਸ਼ਨ ਜੀ ਉਹਦੇ ਵਿੱਚ ਮੈਂ ਕਿਹਾ ਸੀ ਵੀ ਜਿਹੜਾ ਨਾ ਪਾਥਵੇ ਕੱਢੇ ਆ ਜਿਹੜੀ ਕਿ ਜਨਰਲ ਐਕਸਪ੍ਰੈਸ ਦੇ ਵਿੱਚ ਆਉਂਦੇ ਨੇ ਬੱਚੇ ਉਹਨਾਂ ਨੂੰ ਜਿਹੜਾ ਸੀਆਰਐਸ ਦਾ ਸਕੋਰ 507 ਚਾਹੀਦਾ 507 ਤਕਰੀਬਨ ਸਟੈਮ ਵਾਲੇ ਨੂੰ 491 ਚਾਹੀਦਾ ਜੀ ਔਰ ਜਿਹੜੇ ਹੈਲਥ ਕੇਅਰ ਵਾਲੇ ਆ ਉਹਨਾਂ ਨੂੰ about 436 ਚਾਹੀਦਾ। ਹੁਣ ਇੱਕ ਤਰੀਕਾ ਜੀ ਉਹਨਾਂ ਨੇ ਪਾਥਵੇ ਕੱਢਿਆ ਇਹ ਗਵਰਨਮੈਂਟ ਨੇ ਉਹ ਹੈ ਜੀ ਫ੍ਰੈਂਕੋਫੋਨ ਫ੍ਰੈਂਚ ਕੈਟੇਗਰੀ ਦਾ ਜਿਹਦੇ ਵਿੱਚ ਦਰਸ਼ਨ ਜੀ ਯੂ ਓਨਲੀ ਨੀਡ 336। ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਗਵਰਨਮੈਂਟ ਵਚਨਬੱਧ ਨਹੀਂ ਪੱਕੇ ਕਰਨ ਦੇ। ਹੁਣ ਫ੍ਰੈਂਚ ਸਿੱਖਣੀ ਸੌਖੀ ਤਾਂ ਹੈ ਨਹੀਂ। ਅਗਰ ਅਸੀਂ ਪਹਿਲਾਂ ਧਿਆਨ ਦਿੱਤਾ ਹੁੰਦਾ ਜਿਹੜੀਆਂ ਕੈਟੇਗਰੀ ਸੀ ਲੌਂਗ ਰੇਂਜ ਸ਼ੋਰਟੇਜ ਜਿਹੜੀਆਂ ਜੌਬਸ ਦੀਆਂ ਇਨਨੇ ਕੈਟੇਗਰੀਜ਼ ਕੱਢੀਆਂ ਸੀ ਕਿ ਅਸੀਂ ਪਹਿਲਾਂ ਕੋਰਸ ਕੀਤੇ ਹੁੰਦੇ ਜਦੋਂ ਸਾਡੇ ਕੋਲ 3-3 ਸਾਲ ਦੇ ਵਰਕ ਪਰਮਿਟ ਸੀ ਤਾਂ ਸਾਨੂੰ ਪ੍ਰੋਬਲਮ ਆਉਣੀ ਨਹੀਂ ਸੀ ਜੀ। ਸੋ ਕਿਤੇ ਨਾ ਕਿਤੇ ਤੁਸੀਂ ਦਰਸ਼ਨ ਜੀ ਸਮਝਦੇ ਹੋ ਕਿ ਇਹਦੇ ਵਿੱਚ ਜ਼ਿਆਦਾਤਰ ਬੱਚਿਆਂ ਦੀ ਵੀ ਗਲਤੀ ਹੈ ਕਿਉਂਕਿ ਉਹਨਾਂ ਨੇ ਸਿਸਟਮ ਨੂੰ ਪ੍ਰੋਪਰਲੀ ਯੂਜ਼ ਨਹੀਂ ਕੀਤਾ।
दोनों तरफ गलतियां होता है भाई, क्योंकि और ये जो इसको बहुत ही अच्छी तरह से एनालाइज करने वाले हैं, जो इकोनॉमिक्स के प्रोफेसर हैं बड़ी बड़ी यूनिवर्सिटी में, उन्होंने कब से कह रखा है कि सरकार का काम ये नहीं है कि हर महीने की हर साल की जो लेबर शॉर्टेज है उसके मुताबिक इमिग्रेशन पॉलिसी बनाए। जी। आपकी इमिग्रेशन पॉलिसी में लॉन्ग रेंज प्लानिंग होनी चाहिए। शॉर्ट टर्म में जो भी फ्लक्चुएशन आते हैं वो तो आते रहेंगे, उसके मुताबिक अगर आप अपनी इमिग्रेशन पॉलिसी को चेंज करते रहोगे तो वो तो जलेबी बन जाएगी, हम्म, उसका कोई शेप ही नहीं होगा, इधर मुड़ी उधर मुड़ी। तो उसमें जो फंसा है उसको तो क्लियर गाइडेंस नहीं मिलेगा ना। तो अगर पहले से इन बच्चों को पता होता इंडिया में, बजाय इसके कि आइलेट्स का फर्जी सर्टिफिकेट खरीदने के फ्रेंच वाकई में सीख के आते, हम्म, तो उनके लिए बात बन सकती थी। बिल्कुल। और दूसरा क्या है कि हमारे लिए इंग्लिश बहुत सारी तो हमारी अपनी जबान में मिल गई है, हम्म। इसलिए इंग्लिश सीखना तो फिर भी थोड़ा बहुत आसान होता है, लेकिन फ्रेंच सीखने में बहुत ही एफर्ट करना पड़ता है क्योंकि इट्स अ टोटली डिफरेंट लैंग्वेज। आई टੁੱਕ ਜੀ ਹਾਂਜੀ ਮੈਂ ਆਪਣੀ ਜਿਹੜੀ ਫ੍ਰੈਂਚ ਦਾ ਸਬਜੈਕਟ ਸੀ ਮੈਂ ਗ੍ਰੇਡ 10 ਦੇ ਵਿੱਚ ਡ੍ਰੌਪ ਕੀਤਾ ਸੀਗਾ ਔਰ हम्म ਹਾਲਾਂਕਿ ਮੇਰੇ ਦੋਨੋਂ ਬੇਟੇ ਇੱਕ ਤਾਂ ਹੁਣ ਨਹੀਂ ਰਿਹਾ हम्म ਮੇਰਾ ਬੇਟਾ ਉਹ ਹੀ ਵੈਂਟ ਟੂ ਫ੍ਰੈਂਚ ਇਮਰਜਨ ਸਕੂਲ हम्म ਪਰ ਕਿ ਫ੍ਰੈਂਚ ਲੈਂਗੁਏਜ ਸਿੱਖਣੀ ਬਹੁਤ ਔਖੀ ਹੈ ਜੀ ਇਟਸ ਨਾਟ ਦੈਟ ਈਜ਼ੀ ਪਰ ਸਿੱਖੀ एग्जैक्ट ਜਾ ਸਕਦੀ ਹੈ ਲਾਈਕ ਐਨੀ ਲੈਂਗੁਏਜ ਅਸੀਂ ਉਸ ਵੱਲ ਧਿਆਨ ਹੀ ਨਹੀਂ ਦਿੱਤਾ ਸੋ ਅਸੀਂ ਫਿਰ ਵੀ ਬਲੇਮ ਕਰੀ ਜਾਈਏ ਗਵਰਨਮੈਂਟ ਨੂੰ ਕਿ ਗਵਰਨਮੈਂਟ ਆ ਨਹੀਂ ਕਰਦੀ ਗਵਰਨਮੈਂਟ ਉਹ ਨਹੀਂ ਕਰਦੀ ਕਿਉਂਕਿ ਸਿਰਫ ਦੇਖ ਲਿਆ ਜਿਹੜੇ ਗਵਰਨਮੈਂਟ ਨੇ ਬੱਚੇ ਸੱਦੇ ਨਾ ਉਹ ਸਿਰਫ ਇੰਡੀਆ ਤੋਂ ਨਹੀਂ ਸੱਦੇ ਹੋਰ ਵੀ ਬਹੁਤ ਕੰਟਰੀਜ਼ ਤੋਂ ਆ। हम्म ਸਾਨੂੰ ਤਾਂ ਸਿਰਫ ਸਾਨੂੰ ਤਾਂ ਪਤਾ ਕਿਉਂਕਿ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿਉਂਕਿ ਅਸੀਂ ਇੰਡੀਅਨ ਕਮਿਊਨਿਟੀ ਦੇ ਨਾਲ ਬਿਲੋਂਗ हम्म ਕਰਦੇ हम्म ਹਾਂ। ਅੰਤ ਦੇ ਵਿੱਚ ਦਰਸ਼ਨ ਜੀ ਅਮ, ਤੁਸੀਂ ਕੀ ਚਾਹੁੰਦੇ ਵੀ ਇਹਦਾ ਕੀ ਹੱਲ ਹੋਣਾ ਚਾਹੀਦਾ? ਪਰਸਨਲੀ ਜਿਹੜਾ ਮੇਰਾ ਆਈਡੀਆ ਇਹ ਆ ਵੀ ਗਵਰਨਮੈਂਟ ਨੂੰ ਨਾ ਇੱਕ ਸਟੈਂਡਰਡ ਪਾਥਵੇ ਲੈ ਕੇ ਆਉਣਾ ਚਾਹੀਦਾ। ਉਹਦੇ ਵਿੱਚ ਇੱਕ ਤਾਂ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਜਿੱਦਾਂ ਹੁਣ ਕਰਦੇ ਆ, ਇੱਥੇ ਕੈਨੇਡਾ ਦੇ ਵਿੱਚ ਕੀਤਾ ਜਾਵੇ। हम्म ਦੂਸਰਾ ਜਿਹੜਾ ਇਹਨਾਂ ਦਾ ਪੁਲਿਸ ਬੈਕਗਰਾਉਂਡ ਚੈੱਕ ਆ, हम्म ਅਗਰ ਇੱਥੇ ਇਹਨਾਂ ਦਾ ਕੋਈ ਵੀ ਚਾਰਜ ਲੱਗਿਆ ਤਾਂ ਨੋ ਕੁਐਸਚਨਸ ਆਸਕ ਜਸਟ ਡਿਪੋਰਟ them। हम्म ਇੰਡੀਆ ਦੇ ਵਿੱਚੋਂ ਵੀ ਇਹਨਾਂ ਦਾ ਦੁਬਾਰਾ ਫਿਰ ਪੁਲਿਸ ਦਾ ਹੋਣਾ ਚਾਹੀਦਾ। हम्म ਜਿਹੜੇ ਇਸ ਕੈਟੇਗਰੀਜ਼ ਵਿੱਚ ਆਉਂਦੇ ਜਿਨ੍ਹਾਂ ਦੀ ਕੈਨੇਡਾ ਨੂੰ ਲੋੜ ਆ ਜੌਬਸ ਦੇ ਲਈ, हम्म ਠੀਕ ਹੈ ਜੀ, ਉਹਨਾਂ ਨੂੰ ਇੱਥੇ ਡੈਫੀਨਿਟਲੀ ਉਹਨੂੰ ਵਰਕ ਪਰਮਿਟ ਜਾਂ ਪੀਆਰ ਦੇ ਦੇਣੀ ਚਾਹੀਦੀ ਆ। हम्म ਇੱਕ ਤਾਂ ਇਹ ਹੈਗਾ। ਦੂਜਾ ਇਹ ਹੈਗਾ ਜੀ ਜਾਂ ਜਿੰਨੇ ਹੁਣ ਤੱਕ ਆਏ ਆ ਇਹਨਾਂ ਦਾ ਪ੍ਰੋਫੈਸ਼ਨਲ ਟੈਸਟ ਦੁਬਾਰਾ ਕਰਕੇ ਦੁਬਾਰਾ ਇਹਨਾਂ ਦੀ ਅਕੋਰਡਿੰਗਲੀ ਐਜੂਕੇਸ਼ਨ ਦੇ ਹਿਸਾਬ ਨਾਲ ਟੈਸਟ ਲੈ ਕੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ, ਨਵੇਂ ਦੇ ਉੱਪਰ ਰੋਕ ਲਾ ਦਿੱਤੀ ਜਾਵੇ। राइट ਦੋ ਦੈਟਸ ਪਰਸਨਲੀ ਮੇਰਾ, ਕਿਉਂਕਿ ਬੱਚਿਆਂ ਨੂੰ ਮੋੜਨਾ ਵੀ ਬਹੁਤ ਔਖਾ। ਇਹਦੇ ਵਿੱਚੋਂ ਜ਼ਿਆਦਾਤਰ ਦਰਸ਼ਨ ਜੀ ਬਹੁਤ ਜਿਹੜੇ ਸਹੀ ਬੱਚੇ ਆ, ਠੀਕ ਹੈ, 20% ਆ ਜਿਹੜੇ ਹੁੱਲੜਬਾਜ਼ੀ ਕਰਦੇ ਆ। हम्म ਜ਼ਿਆਦਾਤਰ ਬੱਚੇ ਨਾ ਵਿਚਾਰੇ ਜਿਹੜੇ ਲੋਨ ਲੈ ਕੇ ਆਏ ਬੈਂਕ ਤੋਂ ਜਾਂ ਆਪਣੇ ਜ਼ਮੀਨਾਂ ਵੇਚ ਕੇ ਆਏ ਆ, ਉਹ ਉਹਨਾਂ ਦੇ ਮਾਪੇ ਡਿਪਰੈਸ਼ਨ ਚਲੇ ਜਾਣਗੇ ਜੀ हम्म ਔਰ ਸੁਸਾਈਡ ਰੇਟ ਵਧੂਗਾ। हम्म ਨਹੀਂ ਗਵਰਨਮੈਂਟ ਲਈ ਇਹ ਸਭ ਕੁਝ ਕਰਨਾ ਸੰਭਵ ਨਹੀਂ, ਸਾਰਿਆਂ ਨੂੰ ਪੱਕੇ ਕਰ ਦਿੱਤਾ ਜਾਵੇ ਕਿਉਂਕਿ ਦੇ ना ਗੋਣਾ ਬਿਗ ਬੈਕਲੈਸ਼ ਅਗੇਂਸਟ ਦੈਟ। ਕਿਉਂਕਿ ਹੁਣ ਇਲੈਕਸ਼ਨਸ ਆ ਰਹੇ ਆ, ਜਿਹੜੀ या ਇੱਥੋਂ ਦੀ ਕੈਨੇਡੀਅਨ ਸਿਟੀਜ਼ਨਸ ਆ, ਇੱਥੋਂ ਦੀ ਪਬਲਿਕ ਨੂੰ ਖੁਸ਼ ਕਰਨਾ ਪਹਿਲਾਂ ਇਹਨਾਂ ਦਾ ਮਕਸਦ ਆ, ਇਹ ਬਾਕੀ ਸਾਰੇ ਬਾਅਦ ਚ ਆਉਂਦੇ। राइट ਸੋ ਮੇਰੇ ਤਾਂ ਸਿਰਫ ਇਹ ਦੋ ਸੁਝਾਅ ਸੀ ਜੀ ਵੀ ਇਹਨਾਂ ਨੂੰ ਪੱਕਿਆ ਕਰਕੇ ਦੂਜਿਆਂ ਨੂੰ ਰੋਕ ਦਿੱਤਾ ਜਾਵੇ ਜਾਂ ਇੱਕ ਅਜਿਹਾ ਸਟੈਂਡਰਡ ਪਾਸਵੇ ਲਿਆਂਦਾ, ਪੀਆਰ ਪਾਸਵੇ ਲਿਆਂਦਾ ਜਾਵੇ ਜਿਹਦੇ ਵਿੱਚ ਇਹ ਕੰਡੀਸ਼ਨਸ ਲਾ ਦਿੱਤੀਆਂ ਜਾਣ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦਰਸ਼ਨ ਜੀ? एक्चुअली पहले जो मैंने कहा था ना वो कल मैंने किया, क्योंकि कोई इसको पूछे तो सही बच्चों को कि हम्म, भाई आप अपनी जिंदगी कैसे देख रहे हो, भविष्य कैसे देख रहे हो। हम्म, तो दो तीन बच्चों को मैंने पूछा। हम्म, एक को मैंने पूछा कि भाई क्या करते हो, बोले ट्रकिंग करता हूँ। दूसरा सलून में जॉब करता है। हम्म, तो मैं बोला जमीन तो नहीं बेची? हम्म, तो बच्चे ने बहुत ही अच्छा जवाब दिया, हम्म, बोला जमीन भी नहीं बेची और जमीर भी नहीं बेचा। और हम्म, बोले अगर यहाँ बात बनी तो ठीक है, वरना जाके हम अपने देश को इम्प्रूव करेंगे। क्या बात। तो ये बच्चे ने बहुत अच्छी बात की। हम्म, और एक बच्चा था उसको मैंने पूछा, तो उसमें तो सुनने जैसा है होता है। हम्म, क्या करते हो, बोले ट्रकिंग में। बोला ड्राइवर हो? बोले नहीं, मैं ट्रकिंग सुपरवाइजर हूँ। अब हम्म, बच्चा स्कूल से निकला, कॉलेज में 1 साल का 2 साल का कोर्स करके निकला और सीधा उसको सुपरवाइजर का जॉब मिल गया, ये तो बड़ी हैरानी की बात है। लेकिन मैं उसको पूछा कि पैसे मिल जाते हैं, क्योंकि वेजिस की ठगी काफी सुनी है।
तो उसने जवाब दिया कि नहीं जी, पैसे मिल जाते हैं क्योंकि कंपनी का ओनर पंजाबी नहीं है। अच्छा। अच्छा जी। स्टिंगिंग स्टिंगिंग, और इतनी आसानी से उसने कह दिया हम्म, कि ये तो अमेरिकन कंपनी है और उसमें कोई सैलरी मिलने की कोई दिक्कत नहीं है। हम्म, तो मैंने उसको पूछा, मैं बोला यार आपको जिंदगी कैसे अगले 40 साल कैसे देखते हो आप? हम्म, क्योंकि यहाँ घर की कीमत है 11-12 लाख। तो आपको कब अफोर्ड होगा, कब मैरिज कर पाओगे या नहीं, फैमिली होगी या नहीं? हम्म। तो बोला नहीं, इकोनॉमी अभी तो खराब है लेकिन कल को इम्प्रूव भी हो सकती है, इसलिए उसका उसकी उम्मीद है। आज से बैठे अब हुए हैं। मैंने उसका दिल टूट जाए इसलिए नहीं कहा, लेकिन ओईसीडी ने जो प्रोजेक्शन दिया है उसमें तो अगले 40 साल में कनाडा का ग्रोथ रेट सबसे कम रहने वाला है, या डेफिनेटली। जितने भी G7 कंट्रीज है उसमें। तो ये सब ना उम्मीद लेके बैठे हुए हैं कि हमें यहाँ बेहतर मिलेगा। कुछ ऐसे भी हैं जो कहते हैं कि यहाँ अगर ठीक नहीं लगा तो हम चले जाएंगे, लेकिन ज्यादातर ऐसे हैं जो ये उम्मीद लेके बैठे हैं कि हम यहाँ रहेंगे तो सब ठीक हो जाएगा। तो नहीं होने वाला, फ्रैंकली आई एम सॉरी टू से। ਵੈਰੀ ਨਾਈਸਲੀ ਪ੍ਰਦਰਸ਼ਨ ਜੀ, ਇਸ ਦੇ ਨਾਲ ਹੀ ਅੱਜ ਦਾ ਆਪਣਾ ਜਿਹੜਾ ਟਾਈਮ ਹੈ ਉਹ ਵੀ ਰਨ ਆਊਟ ਹੋ ਰਿਹਾ। ਸੋ ਇੱਕ ਵਾਰੀ ਫਿਰ ਤੁਹਾਡਾ ਤਹਿ ਦਿਲ ਤੋਂ ਦਰਸ਼ਨ ਜੀ ਬਹੁਤ ਬਹੁਤ ਧੰਨਵਾਦ। ਅਸੀਂ ਤਾਂ ਹਜੇ ਵੀ ਦੁਆਵਾਂ ਕਰਦੇ ਹਾਂ ਜਿਹੜੇ ਬੱਚੇ ਆਏ ਨੇ, ਪ੍ਰਮਾਤਮਾ ਕਰੇ, ਅੱਲਾ ਕਰੇ, ਭਗਵਾਨ ਕਰੇ, ਗੋਡ ਜੀਸਸ ਜੋ ਵੀ ਤੁਸੀਂ ਕਹਿੰਦੇ ਹੋ, ਵੀ ਇਹਨਾਂ ਦੀਆਂ ਉਮੀਦਾਂ ਦੇ ਪੂਰੇ ਖਰੇ ਉਤਰਨ, ਪੱਕੇ ਹੋਣ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ, ਆਪਣਾ ਨਾਮ ਰੋਸ਼ਨ ਕਰ ਸਕਣ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕੇ। ਅਸੀਂ ਸਿਰਫ ਦੁਆਵਾਂ ਕਰ ਸਕਦੇ ਹਾਂ ਜੀ। ਅਸੀਂ ਕੋਈ ਲਾਇਰਸ ਨਹੀਂ ਹਾਂ, ਨਾ ਹੀ ਅਸੀਂ ਗਵਰਨਮੈਂਟ ਦੇ ਵਿੱਚ ਹਾਂ। ਅਸੀਂ ਸਿਰਫ ਤੁਹਾਡੀ ਆਵਾਜ਼ ਹੁਣ ਵੀ ਮੈਂ ਕਹਿੰਦਾ ਕਿਸੇ ਵੀ ਬੱਚੇ ਨੇ ਕਿਸੇ ਨੇ ਵੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਦਰਸ਼ਨ ਜੀ ਉਹਨਾਂ ਦੇ ਚੈਨਲ, ਦਰਸ਼ਨ ਮਹਾਰਾਜ ਜੀ ਦੇ ਚੈਨਲ ਤੇ, ਮੇਰੇ ਚੈਨਲ ਦੇ ਉੱਪਰ, ਸਾਡੀ ਪੋਡਕਾਸਟ ਉੱਪਰ, ਯੂ ਆਰ ਮੋਸਟ ਵੈਲਕਮ ਟੂ ਸ਼ੇਅਰ ਯੂਰ ਵਿਊਜ਼। ਦਰਸ਼ਨ ਜੀ ਥੈਂਕ ਯੂ ਸੋ ਮਚ, ਗॉड ਬlesਸ ਯੂ ਆਲ। ਜਿਉਂਦੇ ਰਹੋ ਜੀ। थैंक यू। ਇਹ ਸੀ ਜੀ ਸਾਡਾ ਅੱਜ ਦਾ ਕੈਨੇਡੀਅਨ ਬਾਦਸ਼ਾਹ ਪੋਡਕਾਸਟ। ਆਸ਼ਾਵਾਦੀ ਹਾਂ ਕਿ ਤੁਸੀਂ ਇਸ ਨੂੰ ਪਸੰਦ ਕੀਤਾ ਹੋਵੇਗਾ। ਅਗਲੇ ਹਫ਼ਤੇ ਤੁਹਾਨੂੰ ਫਿਰ ਮਿਲਦੇ ਹਾਂ ਇੱਕ ਨਵੇਂ ਟਾਪਿਕ ਦੇ ਨਾਲ। ਜਿਉਂਦੇ ਰਹੋ, ਜਵਾਨੀਆਂ ਮਾਣੋ। ਗॉड ਬlesਸ ਯੂ ਆਲ।